ਹੈਲੋ ਸਟੂਡੈਂਟਸ, ਲਾਸਟ ਟਾਈਮ ਮੈਂ ਤੁਹਾਨੂੰ ਕੋਲਾਇਡਲ ਸੋਲੂਸ਼ਨਸ ਦੇ ਬਾਰੇ ਦੱਸਦਾ ਪਿਆ ਸੀਗਾ। ਉਹਦੇ ਵਿੱਚ ਤੁਸੀਂ ਕੋਲਾਇਡਲ ਸੋਲੂਸ਼ਨਸ ਦੇ ਜਿਹੜੀਆਂ ਨੇ ਉਹ ਪ੍ਰੈਪਰੇਸ਼ਨ ਤੇ ਪਿਊਰੀਫਿਕੇਸ਼ਨ ਜਿਹੜੀ ਹੈ ਉਹ ਪੜ੍ਹੀ ਸੀਗੀ। ਪਿਊਰੀਫਿਕੇਸ਼ਨ ਦੇ ਵਿੱਚ ਵੱਖ-ਵੱਖ ਮੈਥਡ ਸੀਗੇ। ਇੱਕ ਫਿਲਟਰੇਸ਼ਨ ਸੀਗਾ, ਡਾਇਲਿਸਿਸ ਸੀ, ਇਲੈਕਟ੍ਰੋਡਾਇਲਿਸਿਸ ਸੀਗਾ, ਅਲਟਰਾ ਫਿਲਟਰੇਸ਼ਨ ਸੀਗਾ। ਇਹਨਾਂ ਮੈਥਡਸ ਦੇ ਨਾਲ ਅਸੀਂ ਜਿਹੜਾ ਕੋਲਾਇਡਲ ਹੈ, ਕੋਲਾਇਡਲ ਸੋਲ ਹੈ ਜਾਂ ਕੋਲਾਇਡਲ ਸੋਲੂਸ਼ਨ ਜਿਹੜਾ ਹੈ ਉਹਨੂੰ ਅਸੀਂ ਪਿਊਰੀਫਾਈ ਕਰ ਸਕਦੇ ਹਾਂ। ਮਤਲਬ ਕਿ ਉਹ 'ਚ ਜਿਹੜੀਆਂ ਇੰਪਿਊਰਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ ਅਤੇ ਇੱਕ ਪਿਓਰ ਕੋਲਾਇਡਲ ਸੋਲ ਜਿਹੜਾ ਅੱਗੇ ਆ ਜਾਏਗਾ। ਅੱਜ ਦਾ ਟੌਪਿਕ ਜਿਹੜਾ ਉਹ ਹੈਗੀਆਂ ਨੇ ਪ੍ਰੋਪਰਟੀਜ਼ ਆਫ ਕੋਲਾਇਡਲ ਸਿਸਟਮ ਜਾਂ ਕੋਲਾਇਡਲ ਸੋਲੂਸ਼ਨ। ਇਹਨਾਂ ਦੀਆਂ ਪ੍ਰੋਪਰਟੀਜ਼ ਕੀ ਨੇ? ਮੇਨ ਇਹਨਾਂ ਦੀਆਂ ਪ੍ਰੋਪਰਟੀਜ਼ ਜਿਹੜੀਆਂ ਨੇ ਉਹ 3 ਟਾਈਪਸ ਆਫ ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਚੱਲਦੀਆਂ ਨੇ। 4 ਟਾਈਪਸ ਜਿਹੜੀਆਂ ਨੇ ਮੇਨ ਵੈਸੇ, ਜਿਨ੍ਹਾਂ 'ਚੋਂ ਪਹਿਲੀਆਂ 2 ਪ੍ਰੋਪਰਟੀਜ਼ ਜਿਹੜੀਆਂ ਨੇ ਉਹ ਹਨ ਫਿਜ਼ੀਕਲ ਪ੍ਰੋਪਰਟੀਜ਼ ਅਤੇ ਮਕੈਨੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਫਿਜ਼ੀਕਲ ਐਜ਼ ਯੂ ਨੋ ਆਊਟਰ ਜੋ ਵੀ ਕੁਛ ਨਜ਼ਰ ਆ ਰਿਹਾ ਉਹ ਫਿਜ਼ੀਕਲ ਸਟੇਟ ਹੈ। ਜਿਹੜਾ ਕੋਲਾਇਡਲ ਸੋਲੂਸ਼ਨ ਜਾਂ ਕੋਲਾਇਡਲ ਸੋਲ ਦਾ ਜੋ ਵੀ ਬਾਹਰੋਂ ਅਸੀਂ ਦੇਖ ਰਹੇ ਹਾਂ ਉਹ ਉਹਦੀ ਫਿਜ਼ੀਕਲ ਸਟੇਟ ਹੈ ਜਾਂ ਉਹਦੀ ਫਿਜ਼ੀਕਲ ਨੇਚਰ ਹੈ ਜਾਂ ਉਹਦੀਆਂ ਜਿਹੜੀਆਂ ਪ੍ਰੋਪਰਟੀਜ਼ ਹੋਣਗੀਆਂ ਉਹ ਫਿਜ਼ੀਕਲ ਪ੍ਰੋਪਰਟੀਜ਼ ਹੋਣਗੀਆਂ। ਲਾਈਕ ਹੈਟਰੋਜੈਨਿਟੀ, ਕਿ ਹੈਟਰੋਜੀਨਸ ਪਤਾ ਹੀ ਹੈ ਕਿ ਨੇਚਰ ਹੈਟਰੋਜੀਨਸ ਸੋਲੂਸ਼ਨ ਜਿਹੜਾ ਹੁੰਦਾ ਹੈ ਜਾਂ ਹੋਮੋਜੀਨਸ ਸੋਲੂਸ਼ਨ ਪੜ੍ਹਦੇ ਹੋ, ਹੈਟਰੋਜੀਨਸ ਸੋਲੂਸ਼ਨ ਪੜ੍ਹਦੇ ਹੋ। ਹੈਟਰੋਜੀਨਸ ਸੋਲੂਸ਼ਨ ਜਿਹਦੇ 'ਚ ਚੀਜ਼ਾਂ ਜਿਹੜੀਆਂ ਨੇ ਉਹ ਵਿਜ਼ੀਬਲ ਹੋ ਜਾਣ। ਹੈਟਰੋਜੀਨਸ ਜਿਸ ਤਰ੍ਹਾਂ ਇਹ ਸੈਂਡ ਹੈ, ਸੈਂਡ ਨੂੰ ਤੁਸੀਂ ਪਾਣੀ 'ਚ ਬਣਾਉਂਦੇ ਹੋ ਅਤੇ ਇੱਕ ਹੈਟਰੋਜੀਨਸ ਸੋਲੂਸ਼ਨ ਬਣਦਾ ਹੈ। ਇਹਦੇ 'ਚ ਵੀ ਉਸੇ ਤਰ੍ਹਾਂ ਦੀ ਇੱਕ ਹੈਟਰੋਜੈਨਿਟੀ ਹੁੰਦੀ ਹੈ ਕਿ ਪਾਰਟੀਕਲਸ ਜਿਹੜੇ ਨੇ ਕੋਲਾਇਡਲ ਡਾਇਮੈਂਸ਼ਨ ਅਖਤਿਆਰ ਕਰ ਚੁੱਕੇ ਹੁੰਦੇ ਨੇ ਅਤੇ ਉਹ ਕੋਲਾਇਡਸ ਜਿਹੜੇ ਨੇ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਦੇ ਆਰ ਵਿਜ਼ੀਬਲ। ਹੈਟਰੋਜੈਨਿਟੀ, ਹੈਟਰੋਜੀਨਸ ਇਨ ਨੇਚਰ। ਸਟੇਬਿਲਿਟੀ, ਸਟੇਬਲ। ਇਹ ਸਟੇਬਲ ਕੋਲਾਇਡਲ ਸਿਸਟਮ ਜਿਹੜਾ ਹੁੰਦਾ ਹੈ ਇਹ ਪਾਰਟੀਕਲਸ ਜਿਹੜੇ ਨੇ ਇਹ ਕਾਫੀ ਸਟੇਬਲ ਹੁੰਦੇ ਨੇ, ਸਲੋਲੀ ਸੈਟਲ ਡਾਊਨ ਹੁੰਦੇ ਨੇ, ਸਟੇਬਿਲਿਟੀ ਸ਼ੋ ਕਰਦੇ ਨੇ, ਕੋਈ ਜ਼ਿਆਦਾ ਮੂਵਮੈਂਟ ਜਿਹੜੀ ਹੈ ਸ਼ੋ ਨਹੀਂ ਕਰਦੇ। ਫਿਲਟਰੇਬਿਲਿਟੀ, ਇਹ ਵੀ ਪੜ੍ਹ ਚੁੱਕੇ ਹੋ। ਕੋਲਾਇਡਲ ਸੋਲੂਸ਼ਨ ਉਹੀ ਹੁੰਦਾ ਹੈ ਜਿਹੜਾ ਕਿ ਪ੍ਰੋਪਰਲੀ ਜਿਹੜੇ ਪਾਰਟੀਕਲਸ ਜਿਹੜੇ ਨੇ ਉਹ ਪਰਚਮੈਂਟ ਮੈਂਬਰੀਨ ਜਾਂ ਫਿਲਟਰ ਪੇਪਰ ਤੋਂ ਜਿਹੜੇ ਉਹ ਪਾਸ ਆਊਟ ਨਾ ਹੋ ਸਕਣ। ਫਿਲਟਰੇਬਿਲਿਟੀ, ਫਿਲਟਰ ਅਸੀਂ ਕਰ ਸਕਦੇ। ਵਿਜ਼ੀਬਿਲਿਟੀ, ਜਿਹੜਾ ਕੋਲਾਇਡਲ ਸੋਲ ਬਣ ਜਾਏਗਾ ਜਾਂ ਕੋਲਾਇਡਲ ਸੋਲੂਸ਼ਨ ਬਣ ਜਾਏਗਾ ਉਹਦੀ ਨੇਚਰ ਵਿਜ਼ੀਬਲ ਹੋਏਗੀ। ਅਤੇ ਕਲਰ ਅਤੇ ਪਰਟੀਕੂਲਰ ਵੇਵਲੈਂਥ ਜਿਹੜੀ ਹੈ, ਜੇ ਕੋਲਾਇਡਲਸ ਕੋਈ ਵੇਵਲੈਂਥ ਅਡੈਪਟ ਕਰਦੇ ਆ ਜਾਂ ਉਹਦੀ ਪਰਟੀਕੂਲਰ ਫਰੀਕੁਐਂਸੀ ਹੋਵੇਗੀ ਅਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੇ ਤੋਂ ਜਿਹੜੀ ਉਹ ਇੱਕ ਪਰਟੀਕੂਲਰ ਫਰੀਕੁਐਂਸੀ ਜਾਂ ਪਰਟੀਕੂਲਰ ਵੇਵਲੈਂਥ ਦੇ ਵਿੱਚ ਆ ਕੇ ਉਹ ਵਿਬਗਿਓਰ ਦੇ ਵਿੱਚੋਂ ਜਿਹੜੀ ਵੀ ਕਲਰ ਜਿਹੜਾ ਉਹ ਸਿਲੈਕਸ਼ਨ ਹੋ ਜਾਂਦੀ ਹੈ ਅਤੇ ਉਹ ਕਲਰ ਜਿਹੜਾ ਮਟੀਰੀਅਲ ਜਿਹੜਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਤਾਂ ਸਿੰਪਲ ਸੀਗੀਆਂ ਫਿਜ਼ੀਕਲ ਪ੍ਰੋਪਰਟੀਜ਼ ਜਾਂ ਆਊਟਰ ਲੁੱਕ ਕੀ ਹੈ। ਮਕੈਨੀਕਲ ਪ੍ਰੋਪਰਟੀਜ਼ ਦੇ ਵਿੱਚ ਆ ਜਾਂਦਾ ਬਰਾਊਨੀਅਨ ਮੂਵਮੈਂਟ। ਬਰਾਊਨੀਅਨ, ਰੋਬਰਟ ਬਰਾਊਨ ਸੀਗਾ ਸਾਇੰਟਿਸਟ ਜਿਹਦੇ ਨਾਂ ਦੇ ਉੱਤੇ ਉਹਨੇ ਇੱਕ ਮੂਵਮੈਂਟ ਨੂੰ ਆਪਣੇ ਨਾਂ ਦੇ ਉੱਤੇ ਹੀ ਜਿਹੜਾ ਉਹ ਰੱਖ ਦਿੱਤਾ। ਬਰਾਊਨੀਅਨ ਮੂਵਮੈਂਟ ਦੇ ਵਿੱਚ ਗੱਲ ਆ ਜਾਂਦੀ ਹੈ ਕਿ ਮੋਸ਼ਨ ਜ਼ਿਗਜ਼ੈਗ ਪਾਥ ਦੇ ਵਿੱਚ ਕੋਲਾਇਡਲ ਪਾਰਟੀਕਲਸ ਦੀ ਜਿਹੜੀ ਹੈ ਉਹ ਜੇ ਮੂਵਮੈਂਟ ਹੋ ਰਹੀ ਹੈ ਦੈਟ ਇਜ਼ ਬਰਾਊਨੀਅਨ ਮੂਵਮੈਂਟ। ਦ ਕੋਲਾਇਡਲ ਪਾਰਟੀਕਲਸ ਆਲਵੇਜ਼ ਮੂਵ ਇਨ ਜ਼ਿਗਜ਼ੈਗ ਪੈਟਰਨ। ਜ਼ਿਗਜ਼ੈਗ ਪੈਟਰਨ ਦਾ ਮਤਲਬ ਹੈ ਕਿ ਉਹਨਾਂ ਦੀ ਕੋਈ ਵੀ ਜਿਹੜਾ ਰਸਤਾ ਹੈ, ਪਾਥ ਹੈ ਜਿਹੜਾ ਉਹ ਸਿੰਪਲ ਨਾ ਹੋ ਕੇ ਇੱਕ ਜ਼ਿਗਜ਼ੈਗ ਪੈਟਰਨ ਹੈ, ਕਿਧਰੇ ਵੀ ਜਿਹੜਾ ਉਹ ਜਾ ਸਕਦੇ ਹੈ ਪਾਰਟੀਕਲ ਜਿਹੜਾ ਦੈਟ ਇਜ਼ ਜ਼ਿਗਜ਼ੈਗ ਪੈਟਰਨ। ਠੀਕ ਹੈ, ਇਹ ਜ਼ਿਗਜ਼ੈਗ ਪੈਟਰਨ ਜਿਹੜਾ ਹੈ ਇਹ ਸ਼ੋ ਕਰਦਾ ਹੈ ਕਿ ਕੋਲਾਇਡਲ ਮੂਵਮੈਂਟ ਨੂੰ, ਕਿ ਕੋਲਾਇਡ ਕਿਸ ਤਰੀਕੇ ਨਾਲ ਮੂਵ ਕਰ ਸਕਦਾ ਹੈ। that is Brownian movement। ਹੁਣ ਇਹਦਾ ਪਰਟੀਕੂਲਰ ਅਸੀਂ ਕਰੀਏ ਕੋਈ ਡੈਫੀਨੇਸ਼ਨ ਦੇਖੀਏ। this movement in colloidal state, this type of movement in colloidal state is known as Brownian movement। ਹੁਣ ਇਹ Brownian movement ਦੇ ਕਰਕੇ ਹੁੰਦਾ ਕੀ ਹੈ ਕਿ smaller the size of colloidal particle, lesser will be the viscosity, faster is the motion of the particles।
ठीक है कि जिन्ना पार्टिकल साइज़ ਜਿਹੜਾ ਸਮਾਲਰ ਇਜ਼ ਦਾ ਸਾਈਜ਼ ਆਫ ਕੋਲਾਇਡਲ ਬਾਡੀ ਜੇ ਕੋਲਾਇਡਲ ਸਿਸਟਮ ਦੇ ਵਿੱਚ ਉਹਦਾ ਪਾਰਟੀਕਲ ਸਾਈਜ਼ ਜੇ ਛੋਟਾ ਹੈ ਉਹਦੀ ਵਿਸਕੋਸਿਟੀ ਉਨੀ ਘੱਟ ਹੋਏਗੀ ਤੇ ਜੇ ਵਿਸਕੋਸਿਟੀ ਘੱਟ ਹੋਏਗੀ ਬਟ ਨੈਚੁਰਲ ਹੈ ਕਿ ਉਹਦੇ ਜਿਹੜੇ ਪਾਰਟੀਕਲਸ ਹੋਣਗੇ ਉਹਨਾਂ ਦੀ ਮੂਵਮੈਂਟ ਜਿਹੜੀ ਹੈ ਉਹ ਨਹੀਂ ਫਾਸਟ ਹੋਏਗੀ। ਦੇਖੋ ਜਿਹੜਾ ਇਹ ਜ਼ਿਗਜ਼ੈਗ ਪੈਟਰਨ ਮੈਂ ਬਣਾਇਆ ਇਹਨੂੰ ਕੰਪੈਰੀਜ਼ਨ ਐਕਚੁਅਲੀ ਕੀਤਾ ਗਿਆ ਸੀਗਾ ਪੋਲਨ ਗ੍ਰੇਨਸ ਦੇ ਨਾਲ। ਪੋਲਨ ਗ੍ਰੇਨਸ ਜਿਹੜੇ ਨੇ ਇਹ ਹੁਣ ਬਾਇਓਲੋਜੀਕਲ ਟਰਮ ਹੈ। ਜਦੋਂ ਫਲਾਵਰ ਜਿਹੜੇ ਨੇ ਉਹ ਸੁੱਕ ਜਾਂਦੇ ਨੇ ਬਾਹਰ ਜਦੋਂ ਉਹਨਾਂ ਦੀ ਖਤਮ ਹੋ ਜਾਂਦੀ ਹੈ ਸੁੱਕ ਜਾਂਦੇ ਨੇ ਤੇ ਉਹਨਾਂ ਦੇ ਵਿੱਚੋਂ ਇਹ ਮਟੀਰੀਅਲ ਜਿਹੜਾ ਉਹ ਹਵਾ ਦੇ ਵਿੱਚ ਆ ਜਾਂਦਾ ਹੈ ਉੱਡਦਾ ਹੈ ਉਹਨਾਂ ਨੂੰ ਅਸੀਂ ਪੋਲਨ ਗ੍ਰੇਨਸ ਬੋਲਦੇ ਹਾਂ। ਠੀਕ ਹੈ ਬਹੁਤ ਬਰੀਕ ਹੁੰਦੇ ਨੇ ਹਵਾ ਦੇ ਵਿੱਚ ਉੱਡ ਜਾਂਦੇ ਨੇ ਉਹ ਵੀ ਇੱਕ ਜ਼ਿਗਜ਼ੈਗ ਪੈਟਰਨ ਹੈ। ਅਨੇ ਪੋਲਨ ਗ੍ਰੇਨਸ ਦੇ ਨਾਲ ਇਹਨਾਂ ਨੂੰ ਕੰਪੈਰੀਜ਼ਨ ਕੀਤਾ ਜਿਹੜੀ ਕੋਲਾਇਡਲ ਪਾਰਟੀਕਲਸ ਨੇ ਉਹਨਾਂ ਦੀ ਮੂਵਮੈਂਟ ਜਿਹੜੀ ਹੈ ਉਹ ਲਗਾਤਾਰ ਆਪਣਾ ਰਸਤਾ ਬਦਲਦੀ ਰਹਿੰਦੀ ਹੈ ਤੇ ਜ਼ਿਗਜ਼ੈਗ ਪੈਟਰਨ ਜਿਹੜਾ ਉਹ ਬਣਾਉਂਦੀ ਹੈ। ਤੇ ਇਸ ਬਰਾਊਨੀਅਨ ਮੂਵਮੈਂਟ ਦਾ ਕੰਸੀਕੁਐਂਸਿਸ ਕੀ ਨੇ ਸਿੱਟੇ ਕੀ ਨੇ ਕਿ ਇਹਨਾਂ ਨਾਲ ਹੁਣ ਇਹ ਸਾਰਾ ਐਕਸਪੈਰੀਮੈਂਟਲ ਵਰਕ ਹੈ ਇਹ ਰਾਬਰਟ ਬਰਾਊਨ ਨੇ ਕੀਤਾ ਸੀਗਾ। ਉਹ ਕਹਿੰਦਾ ਸੀਗਾ ਕਿ ਇਹਦੇ ਨਾਲ ਜਿਹੜਾ ਐਵੋਗੈਡਰੋ ਨੰਬਰ ਦਾ ਜਿਹੜਾ ਪਤਾ ਲੱਗ ਜਾਂਦਾ ਹੈ। ਇਹ ਤੁਹਾਡੇ ਸਿਲੇਬਸ ਦਾ ਹਿੱਸਾ ਨਹੀਂ ਹੈ। ਸੈਡੀਮੈਂਟੇਸ਼ਨ ਕਿ ਜੇ ਕੋਲਾਇਡਲ ਪਾਰਟੀਕਲਸ ਨੇ ਉਹ ਸੈਡੀਮੈਂਟੇਸ਼ਨ ਉਹਨਾਂ ਦਾ ਜੇ ਪ੍ਰੋਪਰਟੀ ਹੋਏਗੀ ਕਿ ਹੈਵੀ ਹੋਣ ਕਰਕੇ ਡਿਊ ਟੂ ਗ੍ਰੈਵਿਟੀ ਦੇ ਕੈਨ ਸੈਟਲ ਡਾਊਨ ਐਟ ਦਾ ਬਾਟਮ ਕਿ ਉਹ ਬਾਟਮ ਦੇ ਉੱਤੇ ਸੈਟਲ ਡਾਊਨ ਹੋਣ ਦੀ ਜਿਹੜੀ ਹੈ ਉਹਨਾਂ 'ਚ ਦੇ ਹੈਵ ਐਬਿਲਿਟੀ ਟੂ ਸੈਟਲ ਡਾਊਨ। ਇਹ ਸੀਗੀਆਂ ਮਕੈਨੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਮਕੈਨੀਕਲ ਪ੍ਰੋਪਰਟੀਜ਼ ਦੈਨ ਕਮਸ ਟੂ ਆਪਟੀਕਲ ਪ੍ਰੋਪਰਟੀਜ਼। ਇਹ ਇੰਪੋਰਟੈਂਟ ਹੈ। optical third are optical properties। optical properties ਦੇ ਵਿੱਚ ਅਸੀਂ ਐਕਸਪਲੇਨ ਕਰਦੇ ਹਾਂ ਟੈਂਡਾਲ ਇਫੈਕਟ। देखो प्रोनाउंसिएशन में वेरी कोई ਇਹਨੂੰ ਟਿੰਡਲ ਇਫੈਕਟ ਵੀ ਬੋਲਦਾ कोई टिंडाल इफैक्ट भी बोलता है कोई टिंडाल इफैक्ट बोलता है। प्रोनाउंसिएशन में भी वेरी ठीक है प्रोनाउंसिएशन जी वो वेरी कर सकती है। टिंडाल इफैक्ट जोड़ा वो ਸਕੈਟਰਿੰਗ ਆਫ ਲਾਈਟ ਦੇ ਨਾਲ ਜਿਹੜਾ ਉਹ ਮੇਲ ਖਾਂਦਾ ਹੈ ਕਿ ਟੈਂਡਲ ਇਫੈਕਟ is related to scattering of light by colloidal particles. Tyndall effect arises due to scattering of light by colloidal particles. Scattering of light by colloidal particles. When scattering होएगी, as a result of which these colloidal particles are visible. These get visible. ਇਹ ਉਸ ਕਰਕੇ ਵਿਜ਼ੀਬਲ ਹੋ ਜਾਂਦੇ ਨੇ। ਦੇਖੋ ਸਕੈਟਰਿੰਗ ਆਫ ਲਾਈਟ ਇਹ ਤੁਸੀਂ ਲੋਅਰ ਕਲਾਸਿਸ ਵਿੱਚ ਪੜ੍ਹ ਰਹੇ ਹੋ। ਇਹਦੀ ਬੜੀ ਸਿੰਪਲ ਐਗਜ਼ਾਮਪਲ ਹੈ ਕਿ ਮੰਨ ਲਓ ਇੱਕ ਕਮਰਾ ਹੈ ਜਿਹਦੇ 'ਚ ਰੋਸ਼ਨੀ ਨਹੀਂ ਆ ਰਹੀ, ਉਹਦੇ 'ਚ ਇੱਕ ਝੀਲ ਤੋਂ ਇੱਕ ਛੋਟੇ ਜਿਹੇ ਹੋਲ ਤੋਂ ਜਾਂ ਮੋਰੀ ਤੋਂ ਇੱਕ ਰੋਸ਼ਨੀ ਦੀ ਕਿਰਨ ਜਿਹੜੀ ਹੈ ਇੱਕ ਰੇ ਆਫ ਲਾਈਟ ਜਿਹੜੀ ਐਂਟਰ ਕਰਦੀ ਹੈ ਤੇ ਉਹ ਤੁਹਾਨੂੰ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਹੈ। ਥੀਏਟਰ ਦੇ ਵਿੱਚ ਫਿਲਮ ਦੇਖਣ ਜਾਂਦੇ ਹੋ, ਤੁਸੀਂ ਮੂਵੀ ਦੇਖਣ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਤੁਹਾਨੂੰ ਲਾਈਟਸ ਨਜ਼ਰ ਆਉਂਦੀਆਂ ਨੇ ਪਿੱਛੋਂ ਚੱਲ ਰਹੀਆਂ ਨੇ। ਹੁਣ ਉਹ ਲਾਈਟ ਜਿਹੜੀ ਹੈ ਉਹ ਆਪ ਤੇ ਨਜ਼ਰ ਨਹੀਂ ਆਉਂਦੀ, ਪਰ ਲੇਕਿਨ ਜਿਹੜੇ ਪਾਰਟੀਕਲਸ ਹੁੰਦੇ ਨੇ ਏਅਰ ਦੇ ਵਿੱਚ, ਜਿਹੜੇ ਸਮਾਲ ਪਾਰਟੀਕਲਸ ਨੇ, ਬਹੁਤ ਛੋਟੇ ਪਾਰਟੀਕਲਸ ਨੇ, ਐਕਚੁਅਲੀ ਲਾਈਟ ਉਹਨਾਂ ਦੇ ਉੱਤੇ ਪੈ ਰਹੀ ਹੁੰਦੀ ਹੈ। ਪੂਰਾ ਕਮਰਾ ਜਿਹੜਾ ਉਹ ਡਾਰਕ ਹੈ, ਜੇ ਇੱਕ ਪਾਸਿਓਂ ਥੋੜ੍ਹੀ ਜਿਹੀ ਲਾਈਟ ਬੀਮ ਆਫ ਲਾਈਟ ਜਿਹੜੀ ਉਹ ਐਂਟਰ ਕਰ ਰਹੀ ਹੈ, ਐਕਚੁਅਲੀ ਉਹ ਬੀਮ ਆਫ ਲਾਈਟ ਜਿਹੜੀ ਪਾਰਟੀਕਲਸ ਪ੍ਰੈਜ਼ੈਂਟ ਨੇ ਏਅਰ ਦੇ ਵਿੱਚ ਉਹਨਾਂ 'ਤੇ ਪੈ ਰਹੀ ਹੈ। ਸਾਨੂੰ ਉਹ ਪਾਰਟੀਕਲਸ ਨਜ਼ਰ ਆਉਣੇ ਸ਼ੁਰੂ ਹੁੰਦੇ ਨੇ, ਜਿਸ ਕਰਕੇ ਸਾਨੂੰ ਲਾਈਟ ਦਾ ਆਭਾਸ ਹੁੰਦਾ ਕਿ ਹਾਂ ਲਾਈਟ ਜਿਹੜੀ ਉਹ ਨਜ਼ਰ ਆ ਰਹੀ ਹੈ। ਦੈਟ ਫੀਨੋਮੀਨਾ ਇਜ਼ ਨੋਨ ਐਜ਼ ਸਕੈਟਰਿੰਗ ਆਫ ਲਾਈਟ। ਠੀਕ ਹੈ, ਉਹ ਸਕੈਟਰਿੰਗ ਜਿਹੜੀ ਹੈ ਟੈਂਡਲ ਇਫੈਕਟ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਦਿਸ ਸਕੈਟਰਿੰਗ
ਜਿਹੜਾ ਕੋਲਾਈਡਲ ਪਾਰਟੀਕਲਸ ਹੁੰਦੇ ਨੇ ਦੇ ਉਹਨਾਂ ਦੇ ਡਿਊ ਟੂ ਸਕੈਟਰਿੰਗ ਆਫ ਲਾਈਟ ਬਾਈ ਕੋਲਾਈਡਲ ਪਾਰਟੀਕਲ ਇਟਰਨਲ ਇਫੈਕਟ ਅਰਾਈਜ਼ਸ ਡਿਊ ਟੂ ਸਕੈਟਰਿੰਗ ਆਫ ਲਾਈਟ ਬਾਈ ਕੋਲਾਈਡਲ ਪਾਰਟੀਕਲ। ਇਹਦਾ ਮਤਲਬ ਕੋਲਾਈਡਲ ਸੋਲੂਸ਼ਨ ਜਿਹੜਾ ਹੋਏਗਾ ਜੇ ਉਹਦੇ 'ਚੋਂ ਲਾਈਟ ਪਾਸ ਕੀਤੀ ਜਾਵੇ ਤੇ ਉਹ ਲਾਈਟ ਜਿਹੜੀ ਹੈ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ, ਸਕੈਟਰਿੰਗ ਹੋ ਜਾਏਗੀ ਲਾਈਟ ਦੀ, ਉਹ ਪਾਰਟੀਕਲਸ ਜਿਹੜੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਠੀਕ ਹੈ, ਐਕਸਪੈਰੀਮੈਂਟ ਦੀ ਜਿਹੜਾ ਇਸ ਚੀਜ਼ ਨੂੰ ਜਿਹੜਾ ਸਾਬਤ ਕੀਤਾ ਗਿਆ, ਦੋ ਬੀਕਰਸ ਦੇ ਵਿੱਚ ਵੱਖ-ਵੱਖ ਮਟੀਰੀਅਲ ਲਿਆ ਗਿਆ। ਇੱਕ ਬੀਕਰ ਦੇ ਵਿੱਚ one beaker contain a true solution. This is true solution. ਤੇ ਇੱਕ ਬੀਕਰ ਜਿਹੜਾ ਸੀਗਾ ਉਹਦੇ ਵਿੱਚ ਕੋਲਾਈਡਲ ਸੋਲੂਸ਼ਨ। colloidal soul or colloidal solution. Then a beam of light goes from this side, source है जिथों light जड़ी है वो अगे ਨੂੰ जानी है, this is source of light। ਇੱਥੇ ਇੱਕ ਲੈਂਸ ਲਗਾ ਦਿੱਤਾ ਕਿ ਜਿਹੜੀ ਲਾਈਟ ਆ ਫੋਕਸਡ ਲਾਈਟ ਜਿਹੜੀ ਹੈ ਅੱਗੇ ਜਾਵੇ। ਲਾਈਟ ਜਿਉਂ ਹੀ ਲੈਂਸ ਚੋਂ ਐਂਟਰ ਹੋ ਕੇ ਇਹ ਸੋਲੂਸ਼ਨਸ ਦੇ ਵਿੱਚੋਂ ਨਿਕਲੇਗੀ, ਇਹਦੇ ਚੋਂ ਵੀ ਨਿਕਲੇਗੀ। ਉਸੇ ਤਰ੍ਹਾਂ ਲਾਈਟ ਇੱਥੋਂ ਟਰੈਵਲ ਕਰਦੀ ਹੋਈ ਅੱਗੇ ਨੂੰ ਜਾਏਗੀ। When we are observing from upper side, eyes, these are eyes, कि ਅਸੀਂ observe कर रहे हैं। ਉਤੋਂ ਅਸੀਂ ਦੇਖ ਰਹੇ, ਦੇਖਣ ਨਾਲ ਜਿਹੜੇ ਕੋਲਾਈਡਲ ਸੋਲੂਸ਼ਨ ਜਿਹਦੇ 'ਚ ਹੋਏਗਾ ਉਹਦੇ ਪਾਰਟੀਕਲਸ ਬੜੇ ਆਰਾਮ ਨਾਲ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ, ਲਾਈਟ ਨਜ਼ਰ ਆਉਣੀ ਸ਼ੁਰੂ ਹੋ ਜਾਏਗੀ। ਦੈਟ ਇਜ਼ ਸਕੈਟਰਿੰਗ ਆਫ ਲਾਈਟ ਅਕਰ। ਟਰੂ ਸੋਲੂਸ਼ਨ ਦੇ ਵਿੱਚੋਂ ਲਾਈਟ ਜਦੋਂ ਨਿਕਲ ਜਾਏਗੀ ਉਹ ਨਜ਼ਰ ਨਹੀਂ ਆਏਗੀ, ਟਰੂ ਸੋਲੂਸ਼ਨ 'ਚੋਂ ਕੋਈ ਨਜ਼ਰ ਨਹੀਂ ਆਏਗੀ, ਉਹ ਕੁਛ ਨਜ਼ਰ ਨਹੀਂ ਆਉਣਾ ਇੱਥੇ ਕਿ ਆਹ ਲਾਈਟ ਲੰਘ ਗਈ ਹੈ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਜਿਹੜਾ ਟਰੂ ਸੋਲੂਸ਼ਨ ਹੁਣ ਤੁਹਾਨੂੰ ਮੈਂ ਬਿਲਕੁਲ ਜਦੋਂ ਸਟਾਰਟ ਕੰਮ ਕਰਵਾਇਆ ਸੀਗਾ ਉਦੋਂ ਟਰੂ ਸੋਲੂਸ਼ਨ, ਕੋਲਾਈਡਲ ਸੋਲੂਸ਼ਨ ਅਤੇ ਸਸਪੈਂਸ਼ਨ ਇਹਨਾਂ ਤਿੰਨਾਂ ਦਾ ਡਿਫਰੈਂਸ ਜਿਹੜਾ ਉਹ ਦੱਸਿਆ ਸੀਗਾ। ਤੁਸੀਂ ਇਹ ਥੋੜ੍ਹਾ ਜਿਹਾ ਦੇਖ ਲਿਓ। ਟਰੂ ਸੋਲੂਸ਼ਨ ਦੇ ਵਿੱਚ ਜਿਹੜੇ ਪਾਰਟੀਕਲ ਸਾਈਜ਼ ਆ ਬਹੁਤ ਛੋਟਾ ਹੁੰਦਾ ਹੈ। ਟਰੂ ਸੋਲੂਸ਼ਨ ਦੇ ਵਿੱਚੋਂ ਲਾਈਟ ਜਦੋਂ ਲੰਘ ਜਾਏਗੀ ਸਾਨੂੰ ਬਿਲਕੁਲ ਨਜ਼ਰ ਨਹੀਂ ਆਏਗੀ, ਪਰ ਜਿਉਂ ਹੀ ਲਾਈਟ ਟਰੂ ਸੋਲੂਸ਼ਨ ਲੰਘਦੀ ਕੋਲਾਈਡਲ ਸੋਲੂਸ਼ਨ ਦੇ ਵਿੱਚ ਲੰਘੇਗੀ, ਅਸੀਂ ਓਬਜ਼ਰਵ ਕਰ ਰਹੇ ਹਾਂ ਉਹ ਪਾਰਟੀਕਲ ਜਿਹੜੇ ਨੇ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਇਟ ਮੀਨ ਕਿ ਲਾਈਟ ਨਜ਼ਰ ਆਉਣੀ ਸ਼ੁਰੂ ਹੋਏਗੀ, ਦੈਟ ਇਜ਼ ਸਕੈਟਰਿੰਗ ਆਫ ਲਾਈਟ। ਲਾਈਟ beam of light visible here, visible। ਹੁਣ visible ਕਿਉਂ ਹੈ? due to scattering of light। scattering ਕਿਉਂ ਆਈ? because particles are of colloidal dimension। particles ਦਾ ਜਿਹੜਾ ਸਾਈਜ਼ ਹੈ ਉਹ colloidal dimension ਦਾ ਤੇ ਉਹਨਾਂ ਦੇ ਜਿਹੜੀ ਲਾਈਟ ਉਹ ਸਕੈਟਰ ਕਰ। These are optical properties। ਇਹਦੀ ਕੋਈ ਡਿਟੇਲ ਬਹੁਤੀ ਜ਼ਿਆਦਾ ਕਰਨ ਦੀ ਲੋੜ ਨਹੀਂ ਹੈ। ਮੇਨ ਇਹੀ ਚੀਜ਼ ਹੈ ਕਿ this effect is known as Tyndall effect। ਫਿਰ ਇਹਦੇ ਵਿੱਚ ਜਿਹੜੀ ਹੈ ਉਹ ਡਿਸਕਸ਼ਨ ਆ ਜਾਂਦੀ ਹੈ ਇਹਦੀ ਇਲੈਕਟ੍ਰੀਕਲ ਪ੍ਰੋਪਰਟੀਜ਼। Fourth properties are ਇਲੈਕਟ੍ਰੀਕਲ ਪ੍ਰੋਪਰਟੀਜ਼। ਦੇਖੋ ਇਲੈਕਟ੍ਰੀਕਲ ਪ੍ਰੋਪਰਟੀਜ਼ ਦੇ ਵਿੱਚ ਜਿਹੜੀ ਡਿਸਕਸ਼ਨ ਆ ਜਾਂਦੀ ਹੈ ਕਿ ਜਿਹੜੇ ਕੋਲਾਈਡਲ ਪਾਰਟੀਕਲਸ ਨੇ
these are charged particles। ਚਾਰਜ ਪਾਰਟੀਕਲਸ ਹੈਗੇ, ਕੋਈ ਨਾ ਕੋਈ ਚਾਰਜ ਤੇ ਹੋਏਗਾ ਹੀ ਜਿਹੜਾ ਕੋਲਾਇਡ ਬਣਿਆ। ਹੁਣ ਇਹਨਾਂ ਨੂੰ ਜੇ ਅਸੀਂ ਇੱਕ ਚਾਰਜ ਦੇ ਦਿੰਦੇ ਆ ਐਕਸਟਰਨਲੀ ਜਦੋਂ ਚਾਰਜ ਦਿੰਦੇ ਆ, ਫਿਰ ਇਹਨਾਂ ਦੇ ਉੱਤੇ ਕੀ ਹੋਏਗਾ? ਇਹ ਪ੍ਰੋਪਰਟੀ ਜਿਹੜੀ ਹੈ ਅੱਜ ਕੱਲ੍ਹ ਇਲੈਕਟ੍ਰੋਫੋਰੇਸਿਸ ਦੇ ਨਾਂ ਨਾਲ ਜਾਣੀ ਹੁੰਦੀ ਹੈ। ਪਹਿਲੇ ਬੁੱਕਸ ਦੇ ਵਿੱਚ ਜਾਂ ਪੁਰਾਣੇ ਥੋੜ੍ਹੇ ਜਿਹੇ ਟਾਈਮ ਪਹਿਲੇ ਇਹਨੂੰ ਕੈਟਾਫੋਰੇਸਿਸ ਤੇ ਐਨਾਫੋਰੇਸਿਸ ਦੇ ਨਾਂ ਨਾਲ ਜਾਣਿਆ ਜਾਂਦਾ ਸੀਗਾ। ਜੇ ਜਿਹੜਾ ਡਿਸਪਰਸਡ ਫੇਜ਼ ਹੈ ਉਹ ਕੈਥੋਡ ਵੱਲ ਮੂਵ ਕਰ ਜਾਂਦਾ ਹੈ, ਪਾਰਟੀਕਲਸ ਜਿਹੜੇ ਨੇ ਕੈਥੋਡ ਵੱਲ, ਜੇ ਪੋਜ਼ਿਟਿਵਲੀ ਚਾਰਜ ਪਾਰਟੀਕਲ ਕੈਥੋਡ ਵੱਲ ਮੂਵ ਕਰ ਜਾਂਦੇ ਤੇ ਉਹ ਕੈਟਾਫੋਰੇਸਿਸ कहलाता है। ਤੇ ਜੇ ਐਨੋਡ ਵੱਲ ਮੂਵ ਕਰ ਜਾਂਦੇ ਤੇ ਉਹ ਐਨਾਫੋਰੇਸਿਸ। ਅੱਜ ਕੱਲ੍ਹ ਇਹਨਾਂ ਨੂੰ ਕੰਬਾਈਨਡਲੀ ਜਿਹੜਾ ਉਹ ਇਲੈਕਟ੍ਰੋਫੋਰੇਸਿਸ ਦਾ ਨਾਂ ਦਿੱਤਾ ਗਿਆ। ਇਲੈਕਟ੍ਰੋਫੋਰੇਸਿਸ ਦੇ ਵਿੱਚ ਜਿਹੜਾ ਉਹ ਇੱਕ ਹਾਰਡ ਗਲਾਸ ਟਿਊਬ ਆਫ ਯੂ ਸ਼ੇਪ यू शेप हार्ड ग्लास ट्यूब है, यूट्यूब कह सकते हो तुसी, ठीक है। ਇਹਦੇ 'ਚ ਕੋਲਾਇਡਲ ਸੋਲ ਜਾਂ ਕੋਲਾਇਡਲ ਸੋਲੂਸ਼ਨ ਜਿਹੜਾ ਉਹ ਹੈਗਾ ਪ੍ਰੈਜ਼ੈਂਟ ਹੈ। ਪਾਰਟੀਕਲ ਸਾਈਜ਼ ਥੋੜਾ ਵੱਡਾ ਤੁਸੀਂ ਸ਼ੋ ਕਰਨਾ, ਇਹਨੂੰ ਤੁਸੀਂ ਸੀਲ ਕਰ ਦਿੱਤਾ ਗਿਆ। ਸੀਲ ਕਰਕੇ ਤੇ ਇਹਨੂੰ ਦੋ ਇਲੈਕਟ੍ਰੋਲਾਈਟਸ ਜਿਹੜੇ ਨੇ, ਇਲੈਕਟ੍ਰੋਡ ਜਿਹੜੇ ਨੇ ਉਹ ਮੈਟੈਲਿਕ ਇਲੈਕਟ੍ਰੋਡ ਜਿਹੜੇ ਉਹ ਐਂਟਰ ਕਰਵਾਏ ਇੱਥੇ। ਪਾਰਟਿਕੂਲਰਲੀ ਜਿਹੜਾ ਚਾਰਜ ਹੈ ਉਹ ਇਹ ਪਾਸਾ ਕੈਥੋਡ, ਇਹ ਪਾਸਾ ਐਨੋਡ। This assembly is before electrophoresis। चार्ज हली दिता नहीं है बिफोर इलेक्ट्रोफोरेसिस। जो ही चार्ज देवांगे डिस्पर्स्ड फेज जे नैगेटिवली चार्ज पार्टिकल है, मैं तुहानू थोड़ा जिहा रिकैप्चुलेट करवा दूँ। कोलाइडल सोल्यूशन जिहड़ा या कोलाइडल सोल जिहड़ा वो डिस्पर्स्ड फेज ते डिस्पर्शन मीडियम नूं मिला के बढ़दा है। डिस्पर्स्ड फेज का काम उही हुंदा जो सल्यूट का काम हुंदा। जो ही इहनूं करंट या चार्ज देवांगे डिस्पर्स्ड फेज पार्टिकल्स जिहड़े ने उन्हां दी मूवमेंट जिहड़ी है वो स्टार्ट हो जाएगी। इफ these dispersed phase particles are of negatively charged, positive anode, ਨੈਗੇਟਿਵ ਕੈਥੋਡ। ਜੇ ਪਾਰਟੀਕਲਸ ਜਿਹੜੇ ਨੇ ਉਹ ਨੈਗੇਟਿਵਲੀ ਚਾਰਜ ਨੇ, ਉਹਨਾਂ ਦੀ ਮੂਵਮੈਂਟ ਸਟਾਰਟ ਹੋ ਜਾਏਗੀ ਟੂਵਰਡ ਐਨੋਡ। ਮੂਵਮੈਂਟ ਜਿਹੜੀ ਹੈ ਉਹ ਐਨੋਡ ਵੱਲ ਮੂਵ ਕਰਨਾ ਸ਼ੁਰੂ ਹੋ ਜਾਣਗੇ ਤੇ ਇਹ ਪਾਰਟੀਕਲ ਜਿਹੜੇ ਨੇ ਉਹ ਸਾਰੇ ਇਸ ਇਲੈਕਟ੍ਰੋਡ ਦੇ ਉੱਤੇ ਚੰਬੜ ਜਾਣਗੇ। ਦੇ ਗੈਟ ਐਡਹੀਅਰ ਔਨ ਐਨੋਡ ਇਲੈਕਟ੍ਰੋਡ। ਇਹ ਸਾਰੇ ਇਸ ਚੀਜ਼ ਨੂੰ ਜੇ ਮੈਗਨੀਫਾਈ ਕਰਦਾ ਮੈਂ, ਇਹਦੇ ਉੱਤੇ ਇਸ ਤਰ੍ਹਾਂ ਲੱਗੇ ਹੋਏ ਨਜ਼ਰ ਆਉਣੇ ਸ਼ੁਰੂ ਹੋ ਜਾਣ। ਇਟ ਮੀਨ ਕਿ ਜੇ ਡਿਸਪਰਸਡ ਫੇਜ਼ ਪਾਰਟੀਕਲਸ ਚਾਰਜਡ ਹੈਗੇ ਨੇ, ਫਿਰ ਹੀ ਉਹ ਕਿਸੇ ਪਾਰਟਿਕੂਲਰ ਇਲੈਕਟ੍ਰੋਡ ਵੱਲ ਜਿਹੜੇ ਨੇ ਮੂਵ ਕਰ ਗਏ। ਇਹ ਮੈਗਨੀਫਾਈ ਕੀਤਾ ਮੈਂ। ਇਹ ਪਾਸਾ ਸਾਰਾ ਖਾਲੀ ਹੋ ਜਾਏਗਾ, ਇੱਥੇ ਸਿਰਫ ਮੀਡੀਅਮ ਜਿਹੜਾ ਡਿਸਪਰਸ਼ਨ ਮੀਡੀਅਮ ਜਿਹੜਾ ਉਹ ਬਚੇਗਾ ਤੇ ਡਿਸਪਰਸਡ ਫੇਜ਼ ਜਿਹੜਾ ਸਾਰਾ ਇਟ ਗੈਟ ਮੂਵ ਟੂਵਰਡ ਐਨੋਡ। ਇਹ ਐਨੋਡ ਵੱਲ ਮੂਵ ਕਰ ਜਾਏਗਾ, ਠੀਕ ਹੈ। ਇਟ ਮੀਨ ਦੇ ਹੈਵ ਇਲੈਕਟ੍ਰੀਕਲ ਪ੍ਰੋਪਰਟੀਜ਼ ਇਨ ਦੈਮ, ਠੀਕ ਹੈ। ਇੱਥੇ ਲਿਖਿਆ ਵੀ ਇਹੀ ਹੋਇਆ ਕਿ ਮੂਵਮੈਂਟ ਆਫ ਕੋਲਾਇਡਲ ਪਾਰਟੀਕਲਸ ਅੰਡਰ ਦ ਇਨਫਲੂਐਂਸ ਆਫ ਇਲੈਕਟ੍ਰੀਕਲ ਚਾਰਜ ਇਜ਼ ਕਾਲਡ ਇਲੈਕਟ੍ਰੋਫੋਰੇਸਿਸ। ਦਿਸ ਇਜ਼ ਆਫਟਰ giving electricity or after electrolysis कह सकते हो तुसी।
after electrolysis it get electrophoresis. Oh sorry, ਇੱਥੇ ਵੀ before electrolysis ਲਿਖੋ, या before electrophoresis or after electrophoresis. Is the movement of colloidal particles, the definition देख लो, the movement of colloidal particles under the influence of electrical charge is called electrophoresis. Under the influence of electrical charge is called electrophoresis. ਇਹ ਸੀਗੀਆਂ ਦੀਆਂ ਇਲੈਕਟ੍ਰੀਕਲ ਪ੍ਰੋਪਰਟੀਜ਼। ਜਦੋਂ ਤੁਸੀਂ ਪੜ੍ਹੋਗੇ ਪੋਜ਼ਿਟਿਵਲੀ ਚਾਰਜ ਸੋਲਸ ਵੀ ਹੁੰਦੇ ਨੇ, ਨੈਗੇਟਿਵਲੀ ਚਾਰਜ ਸੋਲਸ ਵੀ ਹੁੰਦੇ ਨੇ। ਕਾਫੀ ਇਹਦੀਆਂ ਐਗਜ਼ਾਮਪਲਸ ਜਿਹੜੀਆਂ ਨੇ ਉਹ ਹੈਗੀਆਂ ਨੇ, ਥੋੜ੍ਹੀ ਬਹੁਤੀ ਤੁਸੀਂ ਐਗਜ਼ਾਮਪਲਸ ਜਿਹੜੀਆਂ ਨੇ ਆਪ ਤੁਸੀਂ ਪੜ੍ਹ ਸਕਦੇ ਹੋ। ਇਹਦੇ ਵਿੱਚ ਨੈਕਸਟ ਡਿਸਕਸ਼ਨ ਜਿਹੜੀ ਹੈ ਉਹ ਕੋਐਗੂਲੇਸ਼ਨ ਹੈ। ਨੈਕਸਟ ਟੌਪਿਕ ਜਿਹੜਾ ਹੈ ਉਹ ਕੋਐਗੂਲੇਸ਼ਨ ਔਰ ਫਲਕੂਲੇਸ਼ਨ ਹੈ। ਇਹ ਜਸਟ ਟਰਮ ਹੀ ਹੈ, ਇਹਨੂੰ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਕੋਐਗੂਲੇਸ਼ਨ ਔਰ ਫਲਕੂਲੇਸ਼ਨ ਪ੍ਰੋਪਰਟੀਜ਼ ਦੇ ਵਿੱਚ ਇਹੀ ਕੁਛ ਸੀਗਾ। ਨੈਕਸਟ ਟਰਮ ਇਜ਼ ਕੋਐਗੂਲੇਸ਼ਨ। और इनू फ्लॉकुलेशन भी बोलते हैं। कोएगुलेशन और फ्लॉकुलेशन देखो, कोएगुलेशन की है द प्रोसेस ऑफ एग्रीगेशन ऑफ कोलॉइडल पार्टिकल्स इनटू इनसॉल्युबल प्रेसिपिटेट बाय एडिशन ऑफ सम एक्सटर्नल एजेंसी। एक कोलाइडल सोल है, असी चाहते हैं कि वो पार्टिकल्स जोड़े ने सैटल डाउन हो जाए थले। आम तौर पर जोड़े वाटर ट्रीटमेंट प्लांट्स होंगे ने, जिथे वाटर की ट्रीटमेंट होती है, इन्होंने न्यूट्रलाइज करते हैं पानी में, उत्थे कोएगुलेंट्स जोड़े ने यूज़ होंगे ने। कोएगुलेंट्स और फ्लॉकुलेंट्स ही कहते। कोएगुलेशन और फ्लॉकुलेशन उस टर्म उस फिनोमिना कह दिता गया। ਇਹ ਐਕਸਟਰਨਲੀ ਅਸੀਂ ਕੁਛ ਇਲੈਕਟ੍ਰੋਲਾਈਟ ਜਿਹੜੇ ਨੇ ਉਹ ਪਾਉਂਦੇ ਹਾਂ ਉਸ ਕੋਲਾਈਡਲ ਸੋਲ ਦੇ ਵਿੱਚ ਜਾਂ ਕੋਲਾਈਡਲ ਸੋਲੂਸ਼ਨ ਦੇ ਵਿੱਚ। ਉਹ ਉਹਨਾਂ ਦੇ ਚਾਰਜ ਨੂੰ, ਜੇ ਹੁਣ ਇਹ ਤਾਂ ਤੁਸੀਂ ਇਲੈਕਟ੍ਰੋਫੋਰੇਸਿਸ ਦੇ ਵਿੱਚ ਪੜ੍ਹ ਆਏ ਹੋ ਕਿ ਕੋਲਾਈਡਲ ਪਾਰਟੀਕਲਸ ਜਿਹੜੇ ਨੇ ਉਹ ਚਾਰਜਡ ਪਾਰਟੀਕਲਸ ਨੇ, ਅਤੇ ਕੋਐਗੂਲੈਂਟਸ ਜਿਹੜੇ ਹੁੰਦੇ ਨੇ ਇਹ ਉਹ ਚਾਰਜਡ ਪਾਰਟੀਕਲਸ ਨਾਲ ਮਿਲ ਕੇ ਉਹਨਾਂ ਨੂੰ ਨਿਊਟਰਲ ਕਰ ਦਿੰਦੇ ਆ। ਨਿਊਟਰਲ ਪਾਰਟੀਕਲ ਜਿਹੜੇ ਨੇ ਫਿਰ ਉਹ ਥੱਲੇ ਸੈਟਲ ਡਾਊਨ ਹੋ ਜਾਂਦੇ, ਬੜੇ ਆਰਾਮ ਨਾਲ ਬੈਠ ਜਾਂਦੇ, क्योंकि यह खुद ऑपोजिटली चार्ज होंगे ने। दीज इलैक्ट्रोलाइट्स जोड़े कोएगुलेंट्स ने या फ्लॉकुलेंट्स ने, दीज आर आयनिक इलैक्ट्रोलाइट्स, ठीक है। तो यह जोड़ा सोल है या कोलाइडल सोल है उन्होंने पर्टिकुलर चार्ज देंगे। जोड़े कोलाइडल पार्टिकल्स ने वो इन्होंने वाल खिंचे जाते हैं। ऑपोजिट चार्ज जोड़े जो इन्होंने मिल गया तो इन्होंने कोएगुलेंट्स ने या फ्लॉकुलेंट्स ने उन्होंने न्यूट्रल कर देना। जो ही न्यूट्रल हो जाएंगे थले बैठ जाए, दे गेट सैटल डाउन। मैं टैक्नीकल थोड़ा जिहा इत्थे पढ़ देना। द प्रोसैस ऑफ एग्रीगेशन ऑफ कोलाइडल पार्टिकल इनटू इनसॉल्युबल प्रेसिपिटेट बाय एडिशन ऑफ सम सूटेबल इलैक्ट्रोलाइट इज नोन एज कोएगुलेशन। फ्लॉकुलेशन और कोएगुलेशन एक ही चीज़ है कि when electrolyte is added into large concentration, the particles of the soul take up ions which are oppositely charged, ठीक है, which are oppositely charged and get neutralized। तो न्यूट्रलाइज हो जाते, ऑपोजिट चार्ज का उन्होंने आयंस चुकया, वो मिले और न्यूट्रल हो गए, न्यूट्रल होकर थले बैठ जाते। दिस इज ऑल अबाउट कोएगुलेशन और फ्लॉकुलेशन। ये बहुत ही ज़्यादा डिटेल नहीं है, इस तरह की टर्म्स जड़ियाँ ने वो तुसी थोड़ा जिहा इन्हों गो थ्रू होयो। प्रोटैक्टिव कोलाइड एंड गोल्ड नंबर एक होर टर्म आएगी, वो भी तुसी जिहड़ा डू योर सैल्फ है उसी आप ही करना, थोड़ा जिहा उन्होंने तुसी स्टडी कर सकते हो। इस लास्ट टॉपिक जिहड़ा वो इमल्शन। तुहानूं याद होएगा मैं जो तुहानूं कोलाइडल स्टेट या कोलाइडल सोल्यूशन टॉपिक जो स्टार्ट करवाया सीगा, उहदे च तुहानूं मैं ਵੱਖ-ਵੱਖ टाइप्स कराई सी कि डिस्पर्स्ड फेज की होएगा, डिस्पर्शन मीडियम की होएगा। जो ये दोनों आपस में चीज़ां मिलदियां ने एक कोलाइडल सोल जिहड़ा बनता है।
ਇਮਲਸ਼ਨ ਵਨ ਆਫ ਦੀ ਟਾਈਪ ਉਦੋਂ ਤੁਹਾਨੂੰ ਮੈਂ ਕਰਵਾਈ ਸੀਗੀ। ਇਮਲਸ਼ਨ ਦੇ ਵਿੱਚ ਡਿਸਪਰਸਡ ਫੇਜ਼ ਤੇ ਡਿਸਪਰਸ਼ਨ ਮੀਡੀਅਮ ਬੋਥ ਆਰ ਲਿਕੁਇਡ ਫਾਰਮ। ਇਹ ਵੀ ਲਿਕੁਇਡ ਸੀਗਾ, ਇਹ ਵੀ ਲਿਕੁਇਡ ਸੀਗਾ। ਇਹ ਥੋੜਾ ਜਿਹਾ ਲੈਕਚਰ ਤੁਸੀਂ ਪਿਛਲਾ ਜਿਹੜਾ ਜਦੋਂ ਕੋਲਾਇਡਲ ਸਟੇਟ ਸਟਾਰਟ ਕਰਵਾਇਆ ਉਦੋਂ ਪਹਿਲਾ ਲੈਕਚਰ ਉਹਦਾ ਦੇਖੋਗੇ, ਤੁਹਾਨੂੰ ਇਹ ਨਜ਼ਰ ਆ ਜਾਏਗਾ ਕਿ ਇਮਲਸ਼ਨਸ ਆਰ ਇਨ ਵਿਚ ਡਿਸਪਰਸਡ ਫੇਜ਼ ਇਜ਼ ਲਿਕੁਇਡ ਐਂਡ ਡਿਸਪਰਸ਼ਨ ਮੀਡੀਅਮ ਇਜ਼ ਆਲਸੋ ਲਿਕੁਇਡ। ਉਹਨਾਂ ਨੂੰ ਅਸੀਂ ਕਹਿੰਦੇ ਆ ਇਮਲਸ਼ਨਸ। ਇਹਦੇ ਟੈਕਨੀਕਲੀ ਇਹਨਾਂ ਨੇ ਡੈਫੀਨੇਸ਼ਨ ਵੀ ਇਹ ਲਿਖੀ ਹੈ, ਕੋਲਾਇਡਲ ਡਿਸਪਰਸ਼ਨ in which both dispersed phase and dispersion medium are liquids are known as emulsions। ਤੇ ਦੋਨੋਂ phase ਵੀ ਤੇ medium ਵੀ ਜਿਹੜਾ ਉਹ ਹੋ ਗਿਆ। preparation emulsions ਦੀ ਜਾਂ types main ਜਿਹੜੀਆਂ ਨੇ ਉਹ types ਨੇ। ਦੋ types emulsions ਦੀਆਂ ਹੁੰਦੀਆਂ ਨੇ। one is water in oil emulsion and another is oil in water emulsion। water in oil ਤੇ oil in water, ਇਹ ਮੈਂ ਤੁਹਾਨੂੰ ਥੋੜਾ ਜਿਹਾ ਉਦੋਂ ਵੀ ਦੱਸਿਆ ਸੀਗਾ ਕਿ ਜਿਹੜੀ ਚੀਜ਼ ਪਿੱਛੇ ਲਿਖੀ ਹੁੰਦੀ ਹੈ ਉਹ ਮੀਡੀਅਮ ਹੁੰਦਾ, ਡਿਸਪਰਸ਼ਨ ਮੀਡੀਅਮ। ਜੇ ਅਸੀਂ ਗੱਲ ਕਰਦੇ ਹਾਂ ਵਾਟਰ ਇਨ ਆਇਲ ਇਮਲਸ਼ਨ ਦੀ, ਇਹਦਾ ਮਤਲਬ ਵਾਟਰ ਕੰਟੈਂਟ ਘੱਟ ਹੈ, ਆਇਲ ਕੰਟੈਂਟ ਜ਼ਿਆਦਾ ਹੈ। ਜੇ ਅਸੀਂ ਗੱਲ ਕਰਦੇ ਹਾਂ ਆਇਲ ਇਨ ਵਾਟਰ ਦੀ, ਇਹਦਾ ਮਤਲਬ ਵਾਟਰ ਕੰਟੈਂਟ ਜ਼ਿਆਦਾ ਹੈ, ਆਇਲ ਕੰਟੈਂਟ ਘੱਟ ਹੈ। ਜਿਹੜੀ ਚੀਜ਼ ਵੀ ਪਿੱਛੇ ਲਿਖੀ ਹੋਏਗੀ ਉਹ ਹਮੇਸ਼ਾ ਰਿਪਰੈਜ਼ੈਂਟ ਕਰੇਗੀ ਡਿਸਪਰਸ਼ਨ ਮੀਡੀਅਮ ਨੂੰ। ਇੱਥੇ ਜੇ ਆਇਲ ਹੈ ਤੇ ਆਇਲ ਵੀ ਜਿਹੜਾ ਡਿਸਪਰਸ਼ਨ ਮੀਡੀਅਮ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇੱਥੇ ਵਾਟਰ ਜਿਹੜਾ ਹੈ ਡਿਸਪਰਸਡ ਫੇਜ਼ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ। ਇੱਥੇ ਆਇਲ ਜਿਹੜਾ ਉਹ ਡਿਸਪਰਸਡ ਫੇਜ਼ ਨੂੰ ਜਿਹੜਾ ਰਿਪਰੈਜ਼ੈਂਟ ਕਰ ਰਿਹਾ। ਠੀਕ ਹੈ, ਸਿੱਧੀ ਗੱਲ, ਜਿਹੜੀ ਚੀਜ਼ ਮਗਰ ਲਿਖੀ ਹੋਈ ਹੈ, ਪਿੱਛੇ ਲਿਖੀ ਹੋਈ ਹੈ, ਉਹਦੀ ਅਮਾਊਂਟ ਜ਼ਿਆਦਾ ਹੋਏਗੀ, ਉਹ ਡਿਸਪਰਸ਼ਨ ਮੀਡੀਅਮ ਹੋਏਗਾ। ਤੇ ਜੇ ਅਸੀਂ ਇਹਨਾਂ ਦੀ ਐਗਜ਼ਾਮਪਲ ਲਈਏ ਵਾਟਰ ਇਨ ਆਇਲ ਇਮਲਸ਼ਨ, ਮੈਂ ਤੁਹਾਨੂੰ ਐਗਜ਼ਾਮਪਲ ਇਹਦੀ ਮੇਰੇ ਖਿਆਲ ਦੱਸੀ ਵੀ ਹੋਈ ਹੈ ਕਿ ਜਿਹਦੇ 'ਚ ਵਾਟਰੀ ਅਮਾਊਂਟ ਘੱਟ ਆ, ਆਇਲੀ ਅਮਾਊਂਟ ਜ਼ਿਆਦਾ ਹੈ। ਫੋਰ ਐਗਜ਼ਾਮਪਲ ਫੇਸ ਦੇ ਉੱਤੇ ਲਾਉਣ ਵਾਲੀ ਕੋਲਡ ਕਰੀਮ, ਜਿਹੜੀ ਵਿੰਟਰ ਸੀਜ਼ਨ ਦੇ ਵਿੱਚ ਸਰਦੀਆਂ ਵਿੱਚ ਯੂਜ਼ ਹੁੰਦੀ ਹੈ, ਕੋਲਡ ਕਰੀਮ, ਉਹਦੇ 'ਚ ਆਇਲੀ ਕੰਟੈਂਟ ਜ਼ਿਆਦਾ ਤੇ ਵਾਟਰੀ ਕੰਟੈਂਟ ਜਿਹੜਾ ਉਹ ਘੱਟ ਹੁੰਦਾ। ਆਇਲ ਇਨ ਵਾਟਰ ਇਮਲਸ਼ਨ, ਜਿਸ 'ਚ ਆਇਲੀ ਕੰਟੈਂਟ ਘੱਟ ਹੋਏਗਾ, ਵਾਟਰੀ ਕੰਟੈਂਟ ਜ਼ਿਆਦਾ ਹੋਏਗਾ। ਵੈਨਿਸ਼ਿੰਗ ਕਰੀਮ, ਵੈਨਿਸ਼ਿੰਗ ਕਰੀਮ ਜਿਹੜੀ ਕਿ ਗਰਮੀਆਂ ਦੇ ਵਿੱਚ ਲਗਾਈ ਜਾਂਦੀ, ਜਿਹੜੀ ਤੁਸੀਂ ਲਗਾਉਂਦੇ ਹੋ ਨਾਲ ਹੀ ਖੁਸ਼ਕ ਹੋ ਜਾਂਦੀ। ਖੁਸ਼ਕ ਕਿਉਂ ਹੋ ਜਾਂਦੀ? ਕਿਉਂਕਿ ਵਾਟਰੀ ਕੰਟੈਂਟ ਜ਼ਿਆਦਾ। ਇਹ ਕੋਲਡ ਕਰੀਮ ਜਿਹੜੀ ਸਰਦੀਆਂ ਵਿੱਚ ਲਗਾਉਂਦੇ ਹੋ ਉਹ ਆਇਲੀ ਟੱਚ ਹੁੰਦਾ, ਕਿ ਸਰਦੀਆਂ ਦੀ ਖੁਸ਼ਕ ਹਵਾਵਾਂ ਨੇ ਸਕਿਨ ਜਿਹੜੀ ਆ ਉਹ ਡੈਮੇਜ ਹੋਣ ਦਾ ਡਰ ਹੁੰਦਾ ਜਾਂ ਡੈਮੇਜ ਹੋ ਜਾਂਦੀ, ਖੁਸ਼ਕ ਹੋ ਜਾਂਦੀ। ਉਹਨੂੰ ਕਵਰ ਕਰਨ ਵਾਸਤੇ ਆਇਲੀ ਕੰਟੈਂਟ ਅਸੀਂ ਜ਼ਿਆਦਾ ਜਿਹੜਾ ਉਹ ਯੂਜ਼ ਕਰਦੇ। ਉਹਨਾਂ ਦਿਨਾਂ 'ਚ ਵੈਨਿਸ਼ਿੰਗ ਕਰੀਮ ਯੂਜ਼ ਨਹੀਂ ਹੁੰਦੀ, ਉਹਨਾਂ ਦਿਨਾਂ 'ਚ ਕੋਲਡ ਕਰੀਮ ਹੀ ਯੂਜ਼ ਹੁੰਦੀ। ਠੀਕ ਆ, ਪੌਂਡਸ ਵਗੈਰਾ ਯੂਜ਼ ਕਰਦੇ। ਵੈਨਿਸ਼ਿੰਗ ਕਰੀਮ ਦੇ ਵਿੱਚ ਫੇਅਰ ਐਂਡ ਲਵਲੀ ਵਗੈਰਾ ਦੀ ਕੋਈ ਕੈਟੇਗਰੀ ਆ ਜਾਂਦੀ। ਇਹ ਥੋੜ੍ਹਾ ਜਿਹਾ ਯਾਦ ਰੱਖਣ ਵਾਸਤੇ, ਇਹਨੂੰ ਯਾਦ ਤੁਸੀਂ ਕਿਸ ਤਰ੍ਹਾਂ ਰੱਖਣਾ। ਇਹਦੇ 'ਚ ਇੱਕ ਹੋਰ ਟਰਮ ਆਏਗੀ, ਦੈਟ ਇਜ਼ ਇਮਲਸੀਫਾਇਰ ਜਾਂ ਇਮਲਸੀਫਾਈਂਗ ਏਜੰਟ। emulsifier or emulsifying agent। emulsifier ਜਾਂ emulsifying agent ਜਿਹੜਾ dispersed phase ਤੇ dispersion medium ਦੇ ਵਿੱਚ ਇੰਟਰੈਕਸ਼ਨਸ ਬਣਾ ਕੇ ਰੱਖੇ, ਉਹਨੂੰ ਅਸੀਂ ਕਹਿੰਦੇ ਆ emulsifying agent। ਦੋ ਲੇਅਰਸ ਜਿਹੜੀਆਂ ਨੇ ਉਹ ਵੱਖ-ਵੱਖ ਨਾ ਨਜ਼ਰ ਆਉਣ, emulsifying agent ਜਿਹੜਾ ਉਹਨਾਂ ਦੋਵਾਂ ਦਾ ਇੰਟਰੈਕਸ਼ਨ ਬਣਾ ਕੇ ਰੱਖੇ, ਦੈਟ ਇਜ਼ ਇਮਲਸੀਫਾਈਂਗ ਏਜੰਟ। ਠੀਕ ਹੈ, ਇਹਦੇ ਨਾਲ ਥੋੜ੍ਹਾ ਜਿਹਾ ਤੁਸੀਂ ਬੁੱਕ ਦੇ ਵਿੱਚ ਦਿੱਤਾ, ਜ਼ਿਆਦਾ ਨਹੀਂ ਪੜ੍ਹਨ ਦੀ ਲੋੜ, ਜਿੰਨਾ ਮੈਂ ਤੁਹਾਨੂੰ ਦੱਸਿਆ ਕਿ ਇਹ ਦੈਟ ਇਜ਼ ਇਨਫ। ਇਹਨੂੰ ਤੁਸੀਂ ਥੋੜ੍ਹਾ ਜਿਹਾ ਸਟੱਡੀ ਕਰੋ। ਲਾਸਟ ਦੇ ਵਿੱਚ ਐਪਲੀਕੇਸ਼ਨਸ ਨੇ ਇਮਲਸ਼ਨਸ ਦੀਆਂ, ਅਤੇ ਜਿਹੜਾ ਤੁਸੀਂ ਲੈਸਨ ਕਰਕੇ ਆਏ ਹੋ ਐਡਜ਼ੋਰਪਸ਼ਨ ਵਗੈਰਾ, ਸਰਫੇਸ ਕੈਮਿਸਟਰੀ ਦੇ ਉੱਤੇ ਕੁਛ ਉਹਨਾਂ ਦੀ ਐਪਲੀਕੇਸ਼ਨਸ ਨੇ। ਮੈਂ ਵੈਸੇ ਉਹ ਜਗ੍ਹਾ ਜਗ੍ਹਾ ਦੇ ਐਪਲੀਕੇਸ਼ਨਸ ਦੱਸਦਾ ਰਿਹਾ ਤੁਹਾਨੂੰ, ਤੁਸੀਂ ਉਹ ਥੋੜ੍ਹਾ ਜਿਹਾ ਇੱਕ ਵਾਰੀ ਰੀਡਿੰਗ ਜ਼ਰੂਰ ਮਾਰ ਲੈਣੀ ਉਹਨੂੰ। ਉਹ ਥਿਓਰੀਟੀਕਲ ਵਰਕ ਹੈ ਸਾਰਾ,
ਇੱਕ ਤਰ੍ਹਾਂ ਦਾ ਉਹ ਆਫਲਾਈਨ ਕਹਿ ਸਕਦੇ ਕਿ ਇਹ ਤੁਹਾਡਾ ਕੰਮ ਸਾਰਾ ਆਨਲਾਈਨ ਹੋਇਆ, ਉਹ ਤੁਹਾਡਾ ਜਿਹੜਾ ਆਫਲਾਈਨ ਵਰਕ ਹੈ ਉਹਨੂੰ ਤੁਸੀਂ ਕੋਈ ਰੀਡਿੰਗ ਮਾਰ ਕੇ ਜ਼ਰੂਰ ਰੱਖਿਓ। ਇਹਦੇ 'ਚੋਂ ਕੁਐਸਚਨ ਜਿਹੜਾ ਕੰਪਰੀਹੈਂਸਿਵ ਜਿਹੜਾ ਉਹ ਟਾਈਪ ਹੀ ਆਣਾ, ਇਸ ਕਰਕੇ ਇਹਨੂੰ ਤੁਸੀਂ ਇੱਕ ਵਾਰੀ ਗੋ ਥਰੂ ਜ਼ਰੂਰ ਹੋਵੋ ਲੈਸਨ ਦੇ। ਇਹ ਲੈਸਨ ਦੇ ਆਖਰੀ ਟੌਪਿਕ ਸੀਗੇ। ਅੱਜ ਨੈਕਸਟ ਜਿਹੜਾ ਮੈਂ ਤੁਹਾਨੂੰ ਹੁਣ ਜਿਹੜਾ ਲੈਕਚਰ ਦਵਾਂਗਾ ਉਹ ਨੈਕਸਟ ਯੂਨਿਟ ਦੇ ਵਿੱਚੋਂ ਹੋਏਗਾ। ਅੱਜ ਦੀ ਇੰਨਾ ਕੰਮ ਕੰਪਲੀਟ ਹੈ। ਜਿਹੜਾ ਤੁਹਾਨੂੰ ਆਫਲਾਈਨ ਤੁਹਾਨੂੰ ਮੈਂ ਕਿਹਾ ਕਿ ਉਹ 2-3 ਪੇਜ ਜਿਹੜੇ ਨੇ ਉਹ ਪੇਜਸ ਜ਼ਰੂਰ ਉਹ ਐਪਲੀਕੇਸ਼ਨਸ ਹੀ ਨੇ ਕਿ ਇਮਲਸ਼ਨਸ ਕਿੱਥੇ ਯੂਜ਼ ਹੁੰਦੇ ਨੇ ਜਾਂ ਐਬਜ਼ੌਰਪਸ਼ਨ ਜਿਹੜੀ ਤੁਸੀਂ ਪਿੱਛੇ ਪੜ੍ਹ ਕੇ ਆਏ ਹੋ ਉਹ ਕਿੱਥੇ ਯੂਜ਼ ਹੋ ਰਹੀ ਯੂਨੀਵਰਸਿਟੀ ਦੇ ਵਿੱਚ, ਉਹ ਮੈਂ ਲੈਸਨ ਦੇ ਦੌਰਾਨ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਥੋੜ੍ਹੀ ਕਰਕੇ ਦੱਸੀਆਂ ਨੇ। ਠੀਕ ਹੈ, ਇਹ ਚੈਪਟਰ ਤਕਰੀਬਨ ਖਤਮ। ਨੈਕਸਟ ਯੂਨਿਟ ਜਿਹੜਾ ਉਹ ਪੀ ਬਲੌਕ ਐਲੀਮੈਂਟ ਸਟਾਰਟ ਕਰਾਂਗੇ। ਉਹਦੇ 'ਚ ਵੀ ਕੁਝ ਜਿਹੜਾ ਕੰਮ ਡਿਲੀਟ ਹੋਇਆ, ਲਾਸਟ ਈਅਰ ਵੀ ਨਹੀਂ ਸੀਗਾ, ਪਰ ਹੁਣ ਨੈਕਸਟ ਲੈਸਨ ਜਿਹੜਾ ਉਹ ਉਹਦੇ 'ਚ ਹੀ ਪਤਾ ਲੱਗੇਗਾ ਕਿ ਤੁਹਾਨੂੰ ਕੀ ਕੰਮ ਕਰਵਾਉਣਾ। ਠੀਕ ਹੈ, ਵਿਊ ਜ਼ਰੂਰ ਕਰੋ ਲੈਕਚਰ। ਜਿਹੜੀਆਂ ਡਾਇਗਰਾਮੈਟਿਕ ਕੰਮ ਆ ਉਹਨਾਂ ਡਾਇਗਰਾਮਾਂ ਨੂੰ ਥੋੜ੍ਹਾ ਆਪਣੇ ਨੋਟਸ ਦੇ ਵਿੱਚ ਆਪਣੀ ਨੋਟਬੁੱਕ ਦੇ ਵਿੱਚ ਨੋਟ ਕਰੋ। ਪੁਆਇੰਟਸ ਜਿਹੜੇ ਨੇ ਉਹਨਾਂ ਨੂੰ ਲਿਖੋ ਅਤੇ ਗੋ ਥਰੂ ਜ਼ਰੂਰ ਹੋਵੇ ਲੈਸਨ 'ਤੇ, ਕਿਉਂਕਿ ਲੈਸਨ ਥੋੜ੍ਹਾ ਜਿਹਾ ਲਿੰਗਰ ਔਨ ਚਲਾ ਗਿਆ, ਇਸ ਕਰਕੇ ਗੋ ਥਰੂ ਹੋਣਾ ਬੜਾ ਜ਼ਰੂਰੀ ਹੈ। ਇਹ ਪਹਿਲੇ ਲੈਕਚਰ ਤੋਂ ਲੈ ਕੇ ਹੁਣ ਤੱਕ ਸਾਰੇ ਲੈਕਚਰ ਜਿਹੜੇ ਨੇ ਇਹਦੇ ਦੇਖੋਗੇ ਅਤੇ ਲੈਸਨ ਕੋਈ ਖਾਸ ਨਹੀਂ ਹੈਗਾ, ਸਿੰਪਲ ਲੈਸਨ ਹੈ, ਥਿਓਰੀਟੀਕਲ ਲੈਸਨ। ਠੀਕ ਹੈ, ਗੋਡ ਬਲੈਸ ਯੂ। ਅਤੇ ਇਹਦੇ ਵਿੱਚ ਤੁਸੀਂ ਵਿਊ ਜ਼ਰੂਰ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ ਵੈਰੀ ਮਚ।